ਮੈਂ ਹਰਵਿੰਦਰ ਕੌਰ, ਅਸਿਸਟੈਂਟ ਪ੍ਰੋਫੈਸਰ, ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, GGD SG ਕਾਲਜ ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ। ਅੱਜ ਤੁਹਾਡੇ ਨਾਲ ਬਾਬਾ ਫਰੀਦ ਦੀ ਰਚਨਾ ਸਲੋਕ ਬਾਰੇ ਗੱਲ ਕਰਾਂਗੀ। ਇਸ ਰਚਨਾ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ BA ਸਮੈਸਟਰ 5ਵੇਂ ਦੀ ਲਾਜ਼ਮੀ ਪੰਜਾਬੀ ਦੇ ਸਿਲੇਬਸ ਵਿੱਚ ਸ਼ਾਮਿਲ ਕੀਤਾ ਗਿਆ ਹੈ। ਫਰੀਦਾ ਅੱਖੀ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਸਾਖ ਪਕੰਦੀ ਆਈਆਂ ਹੋਰ ਕਰੇਂਦੀ ਵੰਨ। ਆਪਣੇ ਇਹਨਾਂ ਸਲੋਕਾਂ ਵਿੱਚ ਫਰੀਦ ਜੀ ਨੇ ਸੰਸਾਰ ਦੀ ਨਾਸ਼ਮਾਨਤਾ, ਮੌਤ ਦੀ ਅਟਲਤਾ, ਪ੍ਰਭੂ ਮਿਲਾਪ ਦੀ ਤੜਫ, ਮੁਰਸ਼ਦ ਦੀ ਲੋੜ, ਨੇਕ ਅਮਲਾਂ ਤੇ ਸ਼ੁਭ ਗੁਣਾਂ ਦੀ ਮਹਾਨਤਾ ਆਦਿ ਵਿਸ਼ਿਆਂ ਨੂੰ ਛੋਹਿਆ ਹੈ। ਇਸ ਸਲੋਕ ਵਿੱਚ ਫਰੀਦ ਜੀ ਨੇ ਮਨੁੱਖ ਨੂੰ ਬੁਢਾਪੇ ਕਾਰਨ ਉਸ ਦੇ ਸਰੀਰ ਵਿੱਚ ਆਈਆਂ ਤਬਦੀਲੀਆਂ ਵੱਲ ਧਿਆਨ ਦੁਆ ਕੇ ਨਾਮ ਸਿਮਰਨ ਤੇ ਸ਼ੁਭ ਕਰਮ ਕਰਨ ਦਾ ਉਪਦੇਸ਼ ਦਿੱਤਾ ਹੈ। ਫਰੀਦ ਜੀ ਫਰਮਾਉਂਦੇ ਹਨ ਕਿ ਹੇ ਮਨੁੱਖ, ਬੁਢਾਪੇ ਕਾਰਨ ਹੁਣ ਤੈਨੂੰ ਸੰਸਾਰ ਦੇ ਪਦਾਰਥ ਪਹਿਲਾਂ ਵਾਲਾ ਸਵਾਦ ਨਹੀਂ ਦਿੰਦੇ। ਹੁਣ ਸ਼ੱਕਰ ਵਿਸ ਹੋ ਗਈ ਹੈ, ਭਾਵ ਜ਼ਹਿਰ ਹੋ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਅੱਖਾਂ ਜਗਤ ਦੇ ਰੰਗ ਤਮਾਸ਼ੇ ਵੇਖ ਵੇਖ ਕੇ ਹੁਣ ਕਮਜ਼ੋਰ ਹੋ ਗਈਆਂ ਹਨ। ਜਗਤ ਦੇ ਰੰਗ ਤਮਾਸ਼ੇ ਤਾਂ ਉਸੇ ਤਰ੍ਹਾਂ ਮੌਜੂਦ ਹਨ, ਪਰ ਅੱਖਾਂ ਵਿੱਚ ਹੁਣ ਵੇਖਣ ਦੀ ਸੱਤਿਆ ਨਹੀਂ ਰਹੀ। ਕੰਨ ਦੁਨੀਆ ਦੇ ਰਾਗ ਰੰਗ ਸੁਣ ਸੁਣ ਕੇ ਹੁਣ ਬੋਲੇ ਹੋ ਗਏ ਹਨ। ਨਿਰਾ ਅੱਖਾਂ ਤੇ ਕੰਨ ਹੀ ਨਹੀਂ, ਸਗੋਂ ਸਾਰਾ ਸਰੀਰ ਹੀ ਬਿਰਧ ਤੇ ਕਮਜ਼ੋਰ ਹੋ ਗਿਆ ਹੈ ਤੇ ਇਸ ਨੇ ਹਰ ਹੀ ਰੰਗ ਵਟਾ ਲਿਆ ਹੈ। ਹੁਣ ਇਹ ਭੋਗ ਭੋਗਣ ਜੋਗਾ ਨਹੀਂ ਰਿਹਾ ਤੇ ਇਸ ਹੌਂਕੇ ਦਾ ਕੋਈ ਇਲਾਜ ਨਹੀਂ। ਇਸ ਕਰਕੇ ਹੁਣ ਤੈਨੂੰ ਨਾਮ ਸਿਮਰਨ ਤੇ ਨੇਕ ਕੰਮ ਕਰਨ ਵੱਲ ਲੱਗਣਾ ਚਾਹੀਦਾ ਹੈ। ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ, ਜੇ ਸੋ ਵਰਿਆ ਜੀਵਣਾ ਪੀਤਨ ਹੋਸੀ ਖੇ। ਇਸ ਸਲੋਕ ਵਿੱਚ ਫਰੀਦ ਜੀ ਨੇ ਮਨੁੱਖੀ ਸਰੀਰ ਦੀ ਨਾਸ਼ਮਾਨਤਾ ਦਾ ਜ਼ਿਕਰ ਕੀਤਾ ਹੈ। ਫਰੀਦ ਜੀ ਫਰਮਾਉਂਦੇ ਹਨ ਕਿ ਹੇ ਮਨੁੱਖ, ਤੂੰ ਦੁਨੀਆ ਦੇ ਪਦਾਰਥਾਂ ਮਗਰ ਦੌੜ ਦੌੜ ਕੇ ਬੁੱਢਾ ਹੋ ਗਿਆ ਹੈ ਤੇ ਤੇਰਾ ਸਰੀਰ ਕੰਬਣ ਲੱਗ ਪਿਆ ਹੈ। ਜੇਕਰ ਤੈਨੂੰ 100 ਵਰੇ ਵੀ ਜਿਉਣਾ ਮਿਲ ਜਾਵੇ ਤਾਂ ਵੀ ਅੰਤ ਨੂੰ ਤੇਰਾ ਸਰੀਰ ਮਿੱਟੀ ਹੋ ਜਾਵੇਗਾ ਤੇ ਇਹਨਾਂ ਸੰਸਾਰਕ ਪਦਾਰਥਾਂ ਤੇ ਰਿਸ਼ਤਿਆਂ ਵੱਲੋਂ ਤੇਰਾ ਨਾਤਾ ਟੁੱਟ ਜਾਵੇਗਾ। ਫਰੀਦਾ ਕੰਨ ਮੁਸਲਾ ਸੂਫ ਗਲ, ਦਿਲ ਕਾਂਤੀ ਗੁਣਵਾਂਤ, ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ। ਇਸ ਸਲੋਕ ਵਿੱਚ ਫਰੀਦ ਜੀ ਨੇ ਪਖੰਡ ਦੀ ਨਿਖੇਧੀ ਕੀਤੀ ਹੈ। ਫਰੀਦ ਜੀ ਫਰਮਾਉਂਦੇ ਹਨ ਕਿ ਮੈਂ ਪਖੰਡ ਕਰਦੇ ਹੋਏ ਮੁੰਡੇ ਉੱਪਰ ਨਮਾਜ਼ ਪੜ੍ਹਨ ਵਾਲੀ ਸਾਫ ਰੱਖੀ ਹੋਈ ਹੈ ਤੇ ਗਲ ਸੂਫ ਦੇ ਕੱਪੜੇ ਪਹਿਨੇ ਹੋਏ ਹਨ। ਇਸ ਪਹਿਰਾਵੇ ਨਾਲ ਮੈਂ ਪੂਰਾ ਫਕੀਰ ਜਾਪਦਾ ਹਾਂ। ਮੇਰੀ ਜ਼ਬਾਨ ਵੀ ਬੜੀ ਮਿੱਠੀ ਹੈ, ਪਰ ਮੇਰਾ ਦਿਲ ਸਾਫ਼ ਨਹੀਂ। ਮੇਰਾ ਦਿਲ ਛੁਰੀਆਂ ਚਲਾਉਂਦਾ ਫਿਰਦਾ ਹੈ। ਅਜਿਹੇ ਪਖੰਡ ਭਰੇ ਵਿਖਾਵੇ ਕਰਕੇ ਬਾਹਰ ਤਾਂ ਮੈਂ ਲੱਗਦਾ ਅਜਿਹਾ ਹਾਂ ਜਿਵੇਂ ਮੈਨੂੰ ਰੱਬ ਸੰਬੰਧੀ ਬੜਾ ਗਿਆਨ ਹੋਵੇ, ਪਰ ਅਸਲ ਵਿੱਚ ਮੇਰੇ ਅੰਦਰ ਅਗਿਆਨਤਾ ਦਾ ਹਨੇਰਾ ਹੈ। ਫਰੀਦਾ ਕੋਠੇ ਮੰਡਪ ਮਾੜੀਆਂ, ਏਤ ਨ ਲਾਏ ਚਿੱਤ,
ਮਿੱਟੀ ਪਈ ਅਤੋਲ ਵੀ ਕੋਈ ਨਾ ਹੋਸੀ ਮਿੱਤ। ਇਸ ਸ਼ਲੋਕ ਵਿੱਚ ਫਰੀਦ ਜੀ ਨੇ ਮਨੁੱਖ ਨੂੰ ਸੰਸਾਰਿਕ ਧਨ ਸੰਪੱਤੀ ਵਿੱਚ ਚਿੱਤ ਲਾਉਣ ਤੋਂ ਵਰਜਿਆ ਹੈ। ਫਰੀਦ ਜੀ ਫਰਮਾਉਂਦੇ ਹਨ, ਹੇ ਮਨੁੱਖ, ਇਹ ਜੋ ਤੇਰੇ ਘਰ ਤੇ ਮਹਿਲ ਮਾੜੀਆਂ ਹਨ, ਤੂੰ ਇਹਨਾਂ ਵਿੱਚ ਚਿੱਤ ਨਾ ਲਾ। ਮਰਨ ਮਗਰੋਂ ਕਬਰ ਵਿੱਚ ਜਦੋਂ ਤੇਰੇ ਉੱਪਰ ਬੇਹਿਸਾਬ ਮਿੱਟੀ ਪਈ ਹੋਵੇਗੀ ਤਾਂ ਇਹਨਾਂ ਵਿੱਚੋਂ ਕੋਈ ਵੀ ਤੇਰਾ ਸਾਥੀ ਨਹੀਂ ਬਣੇਗਾ। ਫਰੀਦਾ, ਜਿੰਨੀ ਕਮੀ ਨਾ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀਵਹੀ ਸਾਈਂ ਦੇ ਦਰਬਾਰ। ਇਸ ਸ਼ਲੋਕ ਵਿੱਚ ਫਰੀਦ ਜੀ ਨੇ ਮਨੁੱਖ ਨੂੰ ਬੁਰੇ ਕੰਮਾਂ ਦਾ ਤਿਆਗ ਕਰਕੇ ਆਤਮਿਕ ਲਾਭ ਦੇਣ ਵਾਲੇ ਕੰਮ ਕਰਨ ਦੀ ਪ੍ਰੇਰਨਾ ਦਿੰਦੇ ਹਨ। ਫਰੀਦ ਜੀ ਮਨੁੱਖ ਨੂੰ ਉਪਦੇਸ਼ ਦਿੰਦੇ ਹਨ ਕਿ ਜਿਨ੍ਹਾਂ ਕੰਮਾਂ ਤੋਂ ਕੋਈ ਆਤਮਿਕ ਲਾਭ ਨਹੀਂ, ਉਸ ਨੂੰ ਉਹਨਾਂ ਕੰਮਾਂ ਦਾ ਤਿਆਗ ਕਰ ਦੇਣਾ ਚਾਹੀਦਾ ਹੈ। ਕਿਤੇ ਇਹ ਨਾ ਹੋਵੇ ਕਿ ਇਹਨਾਂ ਬੁਰੇ ਕੰਮਾਂ ਕਾਰਨ ਉਸ ਨੂੰ ਮਰਨ ਪਿੱਛੋਂ ਮਾਲਕ ਦੇ ਦਰਬਾਰ ਵਿੱਚ ਸ਼ਰਮਿੰਦਾ ਹੋਣਾ ਪਵੇ। ਭਾਵ ਮਨੁੱਖ ਨੂੰ ਬੁਰੇ ਕੰਮਾਂ ਦਾ ਤਿਆਗ ਕਰਨਾ ਚਾਹੀਦਾ ਹੈ ਤੇ ਆਤਮਿਕ ਲਾਭ ਦੇਣ ਵਾਲੇ ਕੰਮ ਕਰਨੇ ਚਾਹੀਦੇ ਹਨ। ਫਰੀਦਾ, ਕਾਲੇ ਮੇਢੇ ਕੱਪੜੇ, ਕਾਲਾ ਮੇਢਾ ਵੇਸ, ਗੁਨਹੀ ਭਰਿਆ ਮੈਂ ਫਿਰਾਂ, ਲੋਕ ਕਹੇ ਦਰਵੇਸ। ਇਸ ਸ਼ਲੋਕ ਵਿੱਚ ਫਰੀਦ ਜੀ ਨੇ ਪਖੰਡ ਭਰੀ ਫਕੀਰੀ ਦੀ ਨਿਖੇਧੀ ਕੀਤੀ ਹੈ। ਫਰੀਦ ਜੀ ਕਹਿੰਦੇ ਹਨ ਕਿ ਮੇਰੇ ਕੱਪੜੇ ਤਾਂ ਫਕੀਰਾਂ ਵਾਂਗ ਕਾਲੇ ਹਨ, ਮੇਰਾ ਪਹਿਰਾਵਾ ਕਾਲਾ ਹੈ, ਪਰ ਮੇਰੇ ਅੰਦਰ ਫਕੀਰਾਂ ਵਾਲੇ ਗੁਣ ਨਹੀਂ ਹਨ। ਮੈਂ ਅੰਦਰੋਂ ਗੁਨਾਹਾਂ ਨਾਲ ਭਰਿਆ ਫਿਰਦਾ ਹਾਂ, ਪਰ ਸੰਸਾਰ ਮੈਨੂੰ ਫਕੀਰ ਆਖਦਾ ਹੈ। ਅਸਲ ਧਰਮੀ ਬੰਦੇ ਦਾ ਜੀਵਨ ਅਜਿਹਾ ਪਖੰਡ ਤੇ ਦਿਖਾਵੇ ਭਰਿਆ ਨਹੀਂ ਹੁੰਦਾ, ਸਗੋਂ ਉਸ ਦਾ ਅੰਦਰ ਸ਼ੁੱਧ ਹੁੰਦਾ ਹੈ। ਫਰੀਦਾ, ਕਿੱਥੇ ਤੇਡੇ ਮਾਪਿਆ ਜਿੰਨੀ ਤੂੰ ਜਣਿਓ, ਤੈਂ ਪਾਸਿਓਂ ਓਏ ਲੱਦ ਗਏ ਤੂੰ ਅਜੇ ਨਾ ਪਤਿਣੋ। ਇਸ ਸ਼ਲੋਕ ਵਿੱਚ ਫਰੀਦ ਜੀ ਮਨੁੱਖ ਨੂੰ ਕਹਿੰਦੇ ਹਨ ਕਿ ਉਸ ਨੂੰ ਮੌਤ ਅਵੱਸ਼ ਆਉਣੀ ਹੈ, ਇਸ ਕਰਕੇ ਉਸ ਨੂੰ ਨਾਮ ਸਿਮਰਨ ਵੱਲੋਂ ਬੇਪਰਵਾਹ ਨਹੀਂ ਹੋਣਾ ਚਾਹੀਦਾ। ਫਰੀਦ ਜੀ ਫਰਮਾਉਂਦੇ ਹਨ ਕਿ ਹੇ ਮਨੁੱਖ, ਵੇਖ ਤੇਰੇ ਆਪਣੇ ਮਾਪੇ ਜਿਨ੍ਹਾਂ ਤੈਨੂੰ ਜਨਮ ਦਿੱਤਾ ਸੀ ਕਿੱਥੇ ਚਲੇ ਗਏ ਹਨ। ਉਹ ਕਦੋਂ ਦੇ ਤੇਰੇ ਕੋਲੋਂ ਚਲੇ ਗਏ ਹਨ, ਪਰ ਤੈਨੂੰ ਅਜੇ ਵੀ ਯਕੀਨ ਨਹੀਂ ਆਇਆ ਕਿ ਆਖਰ ਤੂੰ ਵੀ ਇੱਥੋਂ ਚਲੇ ਜਾਣਾ ਹੈ। ਇਸੇ ਕਰਕੇ ਹੀ ਤੂੰ ਰੱਬ ਦੀ ਬੰਦਗੀ ਵੱਲੋਂ ਬੇਪਰਵਾਹ ਹੈ। ਭਾਵ ਮਨੁੱਖ ਨੂੰ ਮੌਤ ਦਾ ਖਿਆਲ ਕਰਦੇ ਹੋਏ ਰੱਬ ਦੀ ਬੰਦਗੀ ਵੱਲੋਂ ਬੇਪਰਵਾਹ ਨਹੀਂ ਹੋਣਾ ਚਾਹੀਦਾ। ਚੱਬਣ ਚਲਣ ਰਤਨ ਸੇ ਸੁਣਿਅਰ ਬਹਿ ਗਏ, ਹੇੜੇ ਮੁੱਤੀ ਧਾਸੋ ਜਾਨੀ ਚਲ ਗਏ। ਇਸ ਸ਼ਲੋਕ ਵਿੱਚ ਫਰੀਦ ਜੀ ਇਹ ਵਿਚਾਰ ਪੇਸ਼ ਕਰਦੇ ਹਨ ਕਿ ਇਸ ਸੰਸਾਰ ਵਿੱਚ ਮਨੁੱਖ ਨੂੰ ਕਿਸੇ ਚੀਜ਼ ਉੱਪਰ ਵੀ ਮਾਣ ਨਹੀਂ ਕਰਨਾ ਚਾਹੀਦਾ, ਕਿਉਂਕਿ ਇੱਥੇ ਕੁਝ ਵੀ ਸਥਿਰ ਨਹੀਂ। ਫਰੀਦ ਜੀ ਫਰਮਾਉਂਦੇ ਹਨ ਕਿ ਇਸ ਸੰਸਾਰ ਵਿੱਚ ਮਨੁੱਖ ਨੂੰ ਕਿਸੇ ਚੀਜ਼ ਉੱਪਰ ਵੀ ਮਾਣ ਕਰਦਿਆਂ ਦੂਜਿਆਂ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਤੇ ਟੋਏ ਟਿੱਬੇ ਨਹੀਂ ਵਧਾਉਣੇ ਚਾਹੀਦੇ ਹਨ, ਕਿਉਂਕਿ ਜਿਨ੍ਹਾਂ ਦੰਦਾਂ, ਲੱਤਾਂ, ਅੱਖਾਂ ਤੇ ਕੰਨਾਂ ਆਦਿ ਉੱਪਰ ਇਹ ਮਾਣ ਬਣੇ ਸਨ, ਉਹ ਕੰਮ ਕਰਨੋਂ ਰਹਿ ਗਏ ਹਨ। ਇਸ ਸਰੀਰ ਨੇ ਵੀ ਢਾਹ ਮਾਰੀ ਹੈ,
ਕਿਉਂਕਿ ਉਸ ਦੇ ਉਹ ਮਿੱਤਰ ਜਵਾਬ ਦੇ ਗਏ ਹਨ ਜਿਨ੍ਹਾਂ ਦੇ ਸਿਰ ਉੱਤੇ ਉਹ ਮਾਣ ਕਰਦਾ ਸੀ। ਫਰੀਦਾ ਪੰਖ ਪਰੌਣੀ ਦੁਨੀ ਸੁਹਾਵਾ ਬਾਗ, ਨੌਬਿਤ ਵਜੀ ਸੁਭੀਏ ਸਿਓ ਚੱਲਣ ਕਾ ਕਰਸਾਜ। ਇਸ ਸ਼ਲੋਕ ਵਿੱਚ ਫਰੀਦ ਜੀ ਮਨੁੱਖ ਨੂੰ ਇਸ ਸੰਸਾਰ ਤੋਂ ਦੂਰ ਕਰਨ ਲਈ ਤਿਆਰ ਰਹਿਣ ਦਾ ਉਪਦੇਸ਼ ਦਿੰਦੇ ਹਨ। ਫਰੀਦ ਜੀ ਫਰਮਾਉਂਦੇ ਹਨ ਕਿ ਇਹ ਦੁਨੀਆ ਇੱਕ ਸੋਹਣਾ ਬਾਗ ਹੈ। ਇੱਥੇ ਮਨ ਵਿੱਚ ਟੋਏ ਟਿੱਬੇ ਬਣਾਉਣੇ ਨਹੀਂ ਚਾਹੀਦੇ। ਇੱਥੇ ਤਾਂ ਸਾਰੇ ਜੀਵ ਰੂਪ ਪੰਛੀਆਂ ਦੀ ਡਾਰ ਪਰੌਣੀ ਹੈ। ਜਦੋਂ ਸਵੇਰ ਦਾ ਧੌਂਸਾ ਵੱਜਣਾ ਹੈ, ਸਭ ਨੇ ਜ਼ਿੰਦਗੀ ਦੀ ਰਾਤ ਕੱਟ ਕੇ ਤੁਰ ਜਾਣਾ ਹੈ। ਇਸ ਕਰਕੇ ਹੇ ਮਨੁੱਖ, ਤੂੰ ਆਪਣੇ ਮਨ ਵਿੱਚੋਂ ਟੋਏ ਟਿੱਬੇ ਦੂਰ ਕਰ ਤੇ ਤੂੰ ਵੀ ਤੁਰਨ ਦੀ ਤਿਆਰੀ ਕਰ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸੁਭਾਏ ਜਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਇਸ ਸ਼ਲੋਕ ਵਿੱਚ ਫਰੀਦ ਜੀ ਇਹ ਭਾਵ ਪ੍ਰਗਟ ਕਰਦੇ ਹਨ ਕਿ ਸਾਰਾ ਸੰਸਾਰ ਹੀ ਦੁੱਖਾਂ ਨਾਲ ਭਰਪੂਰ ਹੈ। ਫਰੀਦ ਜੀ ਫਰਮਾਉਂਦੇ ਹਨ ਕਿ ਮੈਂ ਇਹ ਸਮਝਿਆ ਕਿ ਕੇਵਲ ਮੈਨੂੰ ਹੀ ਦੁੱਖ ਲੱਗੇ ਹਨ, ਪਰ ਅਸਲ ਵਿੱਚ ਦੁੱਖ ਤਾਂ ਸਾਰੇ ਸੰਸਾਰ ਵਿੱਚ ਹੀ ਹੈ। ਜਦੋਂ ਮੈਂ ਆਪਣੇ ਦੁੱਖ ਤੋਂ ਜ਼ਰਾ ਉਚੇਰਾ ਹੋ ਕੇ ਧਿਆਨ ਮਾਰਿਆ ਤਾਂ ਹਰੇਕ ਘਰ ਵਿੱਚ ਇਹੋ ਦੁੱਖ ਦੀ ਅੱਗ ਬਲਦੀ ਦਿਖਾਈ ਦਿੱਤੀ। ਅਰਥਾਤ ਇਸ ਸੰਸਾਰ ਵਿੱਚ ਹਰੇਕ ਜੀਵ ਦੁਖੀ ਹੈ, ਭਾਵ ਇਸ ਸੰਸਾਰ ਵਿੱਚ ਕੋਈ ਵੀ ਦੁੱਖਾਂ ਤੋਂ ਬਚਿਆ ਹੋਇਆ ਨਹੀਂ ਹੈ। ਧੰਨਵਾਦ।